नहीं, मैं तो यही कहना चाहती हूँ जो अभी मेरी मदर ने बताया, मेरी राजिंदर शर्मा ने, और जो मेरे मासियों ने हमें बताया, और नानी से जो थोड़ा बहुत हम लोगों ने सुना, हम लोग यही चाहते हैं कि जो हमारी मासी वेद कुमारी जी वहाँ रह गई हैं, और साथ में हमारे एक मामा जी जो हमारी मम्मी से छोटे थे, उनकी फैमिली में से कोई भी अगर है और वो हमें संपर्क करना चाहते हैं तो हम लोग उनसे मिलना भी चाहते हैं और संपर्क भी करना चाहते हैं। सारे खाली हाथ रावी दे किनारे गए, रावी दे किनारे गए जी, इथों इन्होंने विसल बजाई। ठीक है। विसल बजा के सारे इकट्ठे सीगे, ये बाहर आ गए। बाहर आ गए, सब ਨੂੰ ਘੇਰ ਲਿਆ। ਇਹ ਤਾਂ ਨਹੀਂ ਹੱਥੇ ਸੀ, ਇਹਨੇ ਹੱਥੇ ਸੀ, ਇਹਨਾਂ ਨੂੰ ਘੇਰ ਲਿਆ। ਸਾਰੇ ਹਥਿਆਰਾਂ ਵਾਲਿਆਂ ਨੇ ਆ ਕੇ ਇਹਨਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਹਥਿਆਰਾਂ ਵਾਲੇ ਕੌਣ ਸਨ ਉੱਥੋਂ ਦੇ? ਮੁਸਲਮਾਨ। ਠੀਕ ਹੈ। ਹਥਿਆਰਾਂ ਵਾਲੇ ਮੁਸਲਮਾਨ। ਇਹ ਆਪਣੇ ਇਹ ਤੇ ਸਾਰੇ ਆਪਣੇ ਲੋਕ ਤੇ ਸਾਰੇ ਇਸ ਤਰ੍ਹਾਂ ਹੀ ਸੀਗੇ ਕਿ ਸਾਡੀ ਜਾਨ ਬਚ ਜਾਏ। ਰਾਮ ਰਾਮ ਜੀ, ਸਤਿ ਸ਼੍ਰੀ ਅਕਾਲ, ਨਮਸਤੇ, ਅਸਲਾਮ ਵਾਲੇਕੁਮ। ਮੈਂ ਤੁਹਾਡਾ ਕੇਸ਼ੂ ਮੁਲਤਾਨੀ। ਅੱਜ ਦਿੱਲੀ 'ਚ ਉਹ ਪਰਿਵਾਰ ਜਿਨ੍ਹਾਂ ਦੀ ਜੜ੍ਹਾਂ ਤਾਂ ਇੱਥੇ ਆ ਚੁੱਕੀਆਂ ਹਨ, ਲੇਕਿਨ ਕੁਛ ਹੈ ਉਸ ਪੇੜ ਦਾ ਇੱਕ ਫਲ ਜਿਹੜਾ ਬਟਵਾਰੇ 'ਚ ਉੱਥੇ ਰਹਿ ਗਿਆ, ਜਿਸ ਦੀ ਖੁਸ਼ਬੂ ਅੱਜ ਵੀ ਇਸ ਪਰਿਵਾਰ 'ਚ ਹੈ। ਗੱਲਾਂ ਆਉਂਦੀਆਂ ਤਾਂ ਇੱਕ ਵਾਰੀ ਅੱਖਾਂ ਫਿਰ ਨਮ ਹੋ ਜਾਂਦੀਆਂ ਕਿ ਕਾਸ਼ ਮੇਰੀ ਭੈਣ ਮੇਰੇ ਨਾਲ ਹੁੰਦੀ, ਕਾਸ਼ ਮੇਰੀ ਸਿਸਟਰ ਮੇਰੇ ਨਾਲ ਹੁੰਦੀ। ਅਤੇ ਉਹ ਜਿਹੜੀ ਸਿਸਟਰ ਹੈ ਜਿਸ ਦੀ ਸਿਸਕੀਆਂ ਕਦੀ ਕਦੀ ਮਜਬੂਰ ਕਰ ਦਿੰਦੀਆਂ ਪੂਰੇ ਪਰਿਵਾਰ ਨੂੰ ਇਕੱਠੇ ਹੋ ਕੇ ਬਹਿਣ ਦੀ ਅਤੇ ਗੱਲਾਂ ਕਰਨ ਦੀ, ਉਹ ਹੈ ਰਾਜਿੰਦਰ ਜੀ। ਬਾਕੀ ਕਹਾਣੀ ਇਹਨਾਂ ਦੀ ਜ਼ਬਾਨੀ। ਕਿਹੜਾ ਏਰੀਆ ਸੀ ਜਿੱਥੇ ਜੰਮੇ ਸੀ ਤੁਸੀਂ? ਮੈਂ ਤੇ ਚੰਗ ਜਨਮੀ ਸੀ, ਪਰ ਅਸੀਂ ਫਿਰ ਉੱਥੇ ਆ ਗਏ ਸੀਗੇ ਨਾਰੰਗ ਮੰਡੀ। ਨਾਰੰਗ ਮੰਡੀ ਲਾਹੌਰ ਵਾਲਾ? ਹਾਂਜੀ। ਜਿਹੜਾ ਤੁਸੀਂ ਦੱਸ ਰਹੇ ਹੋ ਕਿ ਉਹ 20 ਕਿਲੋਮੀਟਰ। ਅੱਛਾ, ਉੱਥੇ ਜਿੱਥੇ ਰਹਿੰਦੇ ਸੀਗੇ ਉਹ ਨਾਰੰਗ ਮੰਡੀ ਖਾਸ ਸੀਗੀ ਜਾਂ ਕੋਈ ਮੁਹੱਲਾ ਹੋਰ ਵੀ ਸੀਗਾ ਉਹਦੇ ਵਿੱਚ? ਇੰਨਾ ਤੇ ਮੈਨੂੰ ਨਹੀਂ ਪਤਾ ਹੈਗਾ, ਪਰ ਫਿਰ ਵੀ ਨਾਰੰਗ ਮੰਡੀ ਹੀ ਸੀ। ਨਾਰੰਗ ਮੰਡੀ ਸੀ। ਫਾਦਰ ਸਾਹਿਬ ਕੀ ਕੰਮ ਕਰਦੇ ਸੀ ਉੱਥੇ? ਤੁਹਾਡੇ ਫਾਦਰ ਸਾਹਿਬ? ਮੇਰੇ ਫਾਦਰ ਪੰਡਤ ਸੀਗੇ। ਅੱਛਾ, ਪ੍ਰੋਪਰ ਪੰਡਤਾਈ ਕਰਦੇ ਸੀ? ਹਾਂਜੀ। ਅੱਛਾ, ਸ਼ਾਸਤਰੀ ਸੀਗੇ। ਨਾਂ ਕੀ ਸੀਗਾ ਉਹਨਾਂ ਦਾ? ਪੰਡਤ ਮਥੁਰਾ ਪ੍ਰਸਾਦ। ਦਾਦਾ ਜੀ ਦਾ ਨਾਂ? ਕਨ੍ਹਈਆ ਲਾਲ। ਮਥੁਰਾ ਪ੍ਰਸਾਦ ਜੀ ਦੀ ਜਿਹੜੀ ਬੀਵੀ ਸੀ, ਯਾਨੀ ਕਿ ਤੁਹਾਡੀ ਮਾਤਾ ਜੀ, ਉਹਨਾਂ ਦਾ ਨਾਂ? ਹਾਂ, ਉਹਨਾਂ ਦਾ ਨਾਂ? ਹਰਦੇਵ। ਅੱਛਾ, ਹਰਦੇਵੀ। ਅੱਛਾ, ਹਰਦੇਵੀ। ਮਾਤਾ ਹਰਦੇਵੀ ਦੇ ਕਿਤਨੇ ਬੱਚੇ? ਤੁਹਾਡੀ ਕਿੰਨੀ ਭੈਣਾਂ, ਤੁਹਾਡੇ ਕਿੰਨੇ ਭਰਾ? ਮੇਰੀ ਭੈਣ ਸਭ ਤੋਂ ਵੱਡੀ, ਇਹ ਜਿਹੜੀ ਉੱਥੇ ਰਹਿ ਗਈ। ਉੱਥੇ ਜਿਹੜੀ ਰਹਿ ਗਈ ਉਹਦਾ ਨਾਂ? ਵੇਦ ਕੁਮਾਰੀ। ਵੇਦ ਕੁਮਾਰੀ। ਉਸ ਤੋਂ ਬਾਅਦ? ਬਿਮਲਾ, ਕਾਂਤਾ, ਕੀਰਤੀ, ਬਸੰਤ। ਅੱਛਾ। ਪ੍ਰਭਾ, ਅੰਮ੍ਰਿਤ ਪ੍ਰਭਾ। ਅੰਮ੍ਰਿਤ ਪ੍ਰਭਾ। ਅੱਛਾ। ਔਰ ਮੈਂ। ਵੀਰਾ ਕੋਈ? ਇੱਕ ਮੇਰੇ ਕੋਲੋਂ ਵੱਡਾ ਸੀ। ਅੱਛਾ, ਇੱਕ ਛੋਟਾ? ਉਹ ਪੂਰਾ ਹੋ ਗਿਆ। ਇੱਕ ਹੈ ਛੋਟਾ ਜਿਹੜਾ ਹੈ, ਨਾਲ ਇਹਨਾਂ ਦੇ ਹੈ ਨਹੀਂ ਹੈ, ਮੈਨੂੰ ਠੀਕ ਹੈ। ਤੇ ਵੇਦ ਕੁਮਾਰੀ ਜਿਹੜੀ ਉੱਥੇ ਰਹਿ ਗਈ ਸੀ ਉਹ ਸਭ ਤੋਂ ਵੱਡੀ ਸੀ? ਹਾਂ, ਉਹ ਪ੍ਰੋਫੈਸਰ ਸੀਗੀ। ਟੀਚਰ ਸੀ? ਟੀਚਰ ਸੀ। ਅੱਛਾ, ਟੀਚਰ ਸੀ। ਮੇਰੀ ਮਾਂ ਵੀ ਪੜ੍ਹਾਉਂਦੀ ਸੀ, ਮੇਰੀ ਭੈਣ ਵੀ ਪੜ੍ਹਾਉਂਦੀ ਸੀ। ਮੇਰੇ ਪਿਤਾ ਜੀ ਸ਼ਾਸਤਰੀ ਸੀ। ਠੀਕ ਹੈ। ਉੱਥੇ ਹੀ ਇਹ ਰਹਿ ਕਿਵੇਂ ਗਈ ਸੀ? ਉਸੇ ਮਤਲਬ ਇਹ ਸੀਗਾ ਕਿ ਜਿਸ ਤਰ੍ਹਾਂ ਰੌਲਾ ਪਿਆ। ਠੀਕ ਹੈ। ਰੌਲਾ ਪਿਆ ਤੇ ਸਭ ਕਹਿੰਦੇ ਸੀ ਇਹ ਹੈ, ਸਭ ਇਕੱਠੇ ਹੋ ਜਾਓ, ਇਹ ਹੋ ਜਾਓ। ਇਕੱਠਾ ਪਰਿਵਾਰ ਜਦੋਂ ਨਿਕਲਿਆ, ਇਹਨਾਂ ਨੇ ਸਕੂਲ ਦੇ ਵਿੱਚ, ਮੁਸਲਮਾਨਾਂ ਨੇ ਸਕੂਲ ਦੇ ਵਿੱਚ ਸਾਰੇ ਆਪਣਾ ਜੱਥਾ ਇਕੱਠਾ ਕੀਤਾ ਹੋਇਆ ਸੀ। ਜੱਥਾ ਇਕੱਠਾ ਕੀਤਾ ਹੋਇਆ ਸੀ ਤੇ ਸ਼ਹਿਰ ਵਾਲਿਆਂ ਨੂੰ ਕਿਹਾ ਕਿ ਤੁਸੀਂ ਖਾਲੀ ਹੱਥ ਕੁਛ ਨਹੀਂ, ਪਾਣੀ ਤੱਕ ਨਹੀਂ ਲਾਓਗੇ ਇੱਥੋਂ। ਤੇ ਸਕੂਲ 'ਚ ਮੁਸਲਮਾਨ ਇਕੱਠੇ ਸੀ। ਤੁਹਾਨੂੰ ਅਸੀਂ ਰਾਵੀ ਪਾਰ ਕਰਾ ਦਿੰਦੇ। ਠੀਕ ਹੈ। ਤੇ ਲੋਕ ਕਹਿਣ ਲੱਗੇ ਜੀ ਸਾਨੂੰ ਕੁਛ ਨਹੀਂ ਚਾਹੀਦਾ, ਸਾਡੇ ਪਰਿਵਾਰ ਠੀਕ ਠਾਕ ਪਹੁੰਚ ਜਾਣ, ਅਸੀਂ ਤੁਹਾਨੂੰ ਰਾਵੀ ਪਾਰ ਕਰਾ। ਸਾਰੇ ਖਾਲੀ ਹੱਥ ਰਾਵੀ ਦੇ ਕਿਨਾਰੇ ਗਏ। ਰਾਵੀ ਦੇ ਕਿਨਾਰੇ ਗਏ ਜੀ, ਇੱਥੋਂ ਇਹਨਾਂ ਨੇ ਵਿਸਲ ਵਜਾਈ। ਠੀਕ ਹੈ। ਵਿਸਲ ਵਜਾ ਕੇ ਸਾਰੇ ਇਕੱਠੇ ਸੀਗੇ, ਇਹ ਬਾਹਰ ਆ ਗਏ। ਬਾਹਰ ਆ ਗਏ, ਸਭ ਨੂੰ ਘੇਰ ਲਿਆ। ਇਹ ਤਾਂ ਨਹੀਂ ਹੱਥੇ ਸੀ, ਇਹਨੇ ਹੱਥੇ ਸੀ, ਇਹਨਾਂ ਨੂੰ ਘੇਰ ਲਿਆ।
ਸਾਰੇ ਹਥਿਆਰਾਂ ਵਾਲਿਆਂ ਨੇ ਆ ਕੇ ਇਹਨਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਹਥਿਆਰਾਂ ਵਾਲੇ ਕੌਣ ਸਨ ਉੱਥੋਂ ਦੇ? ਮੁਸਲਮਾਨ, ਠੀਕ ਹੈ। ਹਥਿਆਰਾਂ ਵਾਲੇ ਮੁਸਲਮਾਨ। ਇਹ ਆਪਣੇ ਇਹ ਤੇ ਸਾਰੇ ਆਪਣੇ ਲੋਕ ਤੇ ਸਾਰੇ ਇਸ ਤਰ੍ਹਾਂ ਹੀ ਸੀਗੇ ਕਿ ਸਾਡੀ ਜਾਨ ਬਚ ਜਾਏ। ਤੇ ਬਸ ਜੀ ਸਾਰੇ ਇਕੱਠੇ ਹੋ ਗਏ, ਕੋਈ ਕਿਤੇ ਕੋਈ ਕਿਤੇ ਕੋਈ ਕਿਤੇ। ਫਿਰ ਕਹਿੰਦੇ ਜੀ ਜੋ ਕੁਛ ਹੈਗਾ ਤੁਹਾਡੇ ਕੋਲ ਦੇ ਦਿਓ। ਉਹਨੇ ਕਿਹਾ ਅਸੀਂ ਤਾਂ ਤੁਸੀਂ ਤਾਂ ਸਾਨੂੰ ਕਿਹਾ ਨਿਹੱਥੇ ਆਓ, ਨਿਹੱਥੇ ਆਓ, ਅਸੀਂ ਨਿਹੱਥੇ ਆ। ਫਿਰ ਵੀ ਦੇਖੋ ਆਪਣੀ ਜਾਨ ਵਾਸਤੇ ਕੋਈ ਨਾ ਕੋਈ ਕੁਛ ਨਾ ਕੁਛ ਲੈ ਆਇਆ। ਸਭ ਕੋਲ ਲੈ ਲਿਆ। ਮੇਰੇ ਫਾਦਰ ਨੇ ਮੈਨੂੰ ਚੁੱਕਿਆ ਹੋਇਆ ਸੀ। ਠੀਕ ਹੈ। ਉਹਨਾਂ ਨੇ ਮੈਨੂੰ, ਇਹ ਸਾਨੂੰ ਕਿਸੇ ਨੇ ਦੱਸਿਆ, ਮੈਂ ਸਮਝ ਗਿਆ। ਜਿਵੇਂ ਜੱਥੇ ਇਕੱਠਾ ਹੋਇਆ ਆਪਣਾ, ਜੀ ਜੀ ਜੀ। ਕਿ ਉਹਨੇ ਇਹ ਕੀਤਾ, ਉਹਨੇ ਜਿਹੜੇ ਆਪਸ 'ਚ ਮਿਲੇ ਕਿ ਉਹਨਾਂ ਨੇ ਮੈਨੂੰ ਸੁੱਟ ਦਿੱਤਾ। ਚੁੱਕਿਆ ਹੋਇਆ ਸੀਗਾ ਤੇ ਸੁੱਟਤਾ। ਅੱਛਾ, ਠੀਕ ਸੁੱਟ ਹੈ। ਦਿੱਤਾ। ਹਾਂ। ਉਸ ਵਕਤ ਇਨਸਾਨ ਕੀ ਕਰ ਸਕਦਾ। ਤਾਂ ਬਸ ਫਿਰ ਕੁਛ ਨਹੀਂ ਪਤਾ ਕੌਣ ਮਾਂ ਕਿੱਥੇ ਦਿੱਤੀ, ਕਿੱਥੇ ਤੇ ਪਿਓ ਕਿੱਥੇ, ਫਿਰ ਕਿਸੇ ਨੂੰ ਕੁਛ ਨਹੀਂ ਪਤਾ। ਅੱਛਾ, ਤੇ ਕਿਸ ਟਾਈਮ ਪਤਾ ਲੱਗਿਆ? ਅਸੀਂ ਬੱਦੋ ਮੱਲੀ ਪਿੰਡ ਸੀਗਾ, ਕੋਲ ਆਸ-ਪਾਸ ਦੇ ਜਿਹੜੇ ਪਿੰਡ ਸੀਗੇ, ਅੱਲਾ ਜਵਾਇਆ ਇੱਕ ਅੱਛੇ ਬੰਦੇ ਸੀਗੇ ਮੁਸਲਮਾਨ। ਹਾਂ। ਜੀ। ਬਹੁਤ ਵੱਡਾ ਬੰਦਾ ਸੀ। ਠੀਕ ਹੈ। ਉਹਨਾਂ ਦੀ ਹਿੰਦੂਆਂ ਨਾਲ ਵੀ ਸੀ। ਕੋਈ ਪੀਰ ਫਕੀਰ ਸੀ ਜਾਂ ਕੋਈ ਪੀਰ ਫਕੀਰ ਸੀ? ਨਹੀਂ, ਅੱਛਾ, ਉਵੇਂ ਹੀ ਪਰਿਵਾਰ ਵਾਲਾ ਪਰਿਵਾਰ ਬੰਦਾ ਵਾਲਾ ਸੀ। ਬੰਦਾ ਸੀ। ਪਰਿਵਾਰ ਵਾਲਾ ਬੰਦਾ ਠੀਕ ਸੀ। ਬਹੁਤ ਵੱਡਾ ਪਰਿਵਾਰ ਸੀ ਠੀਕ ਉਹਦਾ। ਹੈ। ਅੱਲਾ ਦਿਵਾਇਆ। ਹਾਂ। ਨਾਰੰਗ ਮੰਡੀ ਦਾ? ਨਹੀਂ, ਨਾਰੰਗ ਬੱਦੋ ਮੱਲੀ ਦਾ? ਹਾਂ, ਉਹ ਤਾਂ ਪਿੰਡ ਸੀਗਾ ਬੱਦੋ ਮੱਲੀ। ਪਤਾ ਨਹੀਂ ਦੂਸਰਾ ਪਿੰਡ ਸੀ ਕਿ ਉਹੀਓ ਪਿੰਡ ਸੀ, ਮੈਨੂੰ ਨਹੀਂ ਪਤਾ। ਠੀਕ ਹੈ। ਤੇ ਉਹਨਾਂ ਨੇ ਸਾਨੂੰ, ਲੋਕ ਜਿਸ ਤਰ੍ਹਾਂ ਆਉਂਦੇ ਰਹੇ, ਇਕੱਠੇ ਹੁੰਦੇ ਰਹੇ, ਇਹ ਲੋਕ ਵੀ ਹੁੰਦੇ ਰਹੇ ਮੁਸਲਮਾਨ। ਇਹ ਤੇ ਰਹਿ ਹੀ ਕਿੱਥੇ ਗਏ ਸੀ। ਜੀ। ਤੇ ਬਾਅਦ ਵਿੱਚ ਫਿਰ ਮਿਲੇ ਤੇ ਇਹਨਾਂ ਲੋਕਾਂ ਨੂੰ ਆਪਣੇ ਘਰਾਂ 'ਚ ਰੱਖਿਆ। ਠੀਕ ਹੈ। ਆਪਣੇ ਘਰਾਂ 'ਚ ਰੱਖਿਆ। ਤੇ ਇਹਨਾਂ ਨੇ ਕੀ ਕੀਤਾ, ਬਹੁਤ ਵੱਡੀ ਜ਼ਮੀਨ ਸੀ ਇਹਨਾਂ ਨੇ, ਘਰ ਵੀ ਸੀਗੇ, ਸਭ ਕੁਝ ਸੀਗੇ। ਇਹਨਾਂ ਨੇ ਸਾਡੇ 5 ਪਰਿਵਾਰ ਜਿਹੜੇ ਇਹਦੇ ਅੱਛਾ ਮੰਨੇ ਹੋਏ ਪਰਿਵਾਰ ਸੀਗੇ, ਜੀ। ਆਰਿਆ ਸਮਾਜੀ ਸੀ, ਆਪਣੀ ਸੰਸਥਾ ਸੀ, ਸਭ ਕੁਝ ਸੀ। ਤੇ ਇਹਨਾਂ ਲੋਕਾਂ ਨੇ ਉਹਨਾਂ ਨੂੰ ਇਕੱਠਾ ਕੀਤਾ। ਠੀਕ ਹੈ। ਜੋ ਬਚ ਗਿਆ ਸੀ, ਲੇਡੀਜ਼ ਬਚੀਆਂ ਸੀ ਜਾਂ ਕੋਈ ਉਹ ਉਹਨਾਂ ਨੇ ਕਸਮ ਖਾਈ ਸੀ ਕਿ 3 ਸਾਲ ਦਾ 2 ਸਾਲ ਦਾ ਬੱਚਾ ਇਸ ਤੋਂ ਲੜਕਾ ਜਿਹੜਾ ਉਹ ਇੱਥੋਂ ਵਾਪਸ ਨਹੀਂ ਜਾਏਗਾ। ਨਹੀਂ ਜਾਏਗਾ। ਠੀਕ ਹੈ। ਬਹੁਤ ਘੱਟ ਵਾਪਸ ਆਏ। ਔਰ ਬਾਕੀ ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ। ਫਿਰ ਉਹਨਾਂ ਨੇ ਸ਼ਾਮ ਨੂੰ ਸਭ ਦੇਖਿਆ ਕੀਤਾ। ਤੇ ਉਹਨਾਂ 5 ਪਰਿਵਾਰ ਉਹਨਾਂ ਨੇ, ਇੱਕ ਭਗਵਾਨ ਦਾਸ ਜੀ ਸੀਗੇ, ਉਹ ਅਸੈਂਬਲੀ ਮੈਂਬਰ ਸੀ। ਠੀਕ ਹੈ। ਅਸੈਂਬਲੀ ਮੈਂਬਰ ਸੀਗੇ। ਤੇ ਉਹਨਾਂ ਨੇ ਦੇਖੇ ਜਿਹੜੇ 5 ਪਰਿਵਾਰ ਸੀਗੇ ਵੱਡੇ ਵੱਡੇ, ਉਹਨਾਂ ਨੇ ਇਕੱਠੇ ਕੀਤੇ। ਠੀਕ ਹੈ। ਇਕੱਠੇ ਕੀਤੇ, ਉਹਨਾਂ ਨੇ ਆਪਣੇ ਘਰ ਲੈ ਗਏ। ਆਪਣੇ ਘਰ ਲੈ ਗਏ। ਬਾਕੀ ਉਹਨਾਂ ਨੇ ਕੋਸ਼ਿਸ਼ ਕੀਤੀ, ਜਿਹੜੇ ਜੋ ਕਰ ਸਕਦੇ ਸੀ, ਆਪਣੇ ਅੱਛੇ ਮੁਸਲਮਾਨਾਂ ਨੂੰ ਇਕੱਠਾ ਕਰਕੇ ਉਹਨਾਂ ਨੇ ਸਾਨੂੰ 5 ਨੂੰ ਅਲੱਗ ਜਗ੍ਹਾ ਦਿੱਤੀ। ਠੀਕ ਹੈ। ਬਹੁਤ ਵੱਡੇ ਹਾਤਾ ਸੀ। ਜਗ੍ਹਾ ਦਿੱਤੀ, ਉੱਥੇ ਰੱਖਿਆ। ਨਵਾਂ ਭਾਂਡਾ, ਨਵਾਂ ਸਭ ਕੁਝ, ਜੀ। ਵੀ ਇਹ ਸਾਡੇ ਆਪਣੇ ਹੈਗੇ ਨੇ। ਉਹ ਰੱਖਿਆ, ਸਭ ਕੁਝ ਕੀਤਾ। ਫਿਰ ਉਹਨਾਂ ਨੇ ਬਹੁਤ ਮਦਦ ਕਰਕੇ ਤੇ ਲੋਕਾਂ ਨੂੰ ਕੱਢਣਾ ਵੀ ਸ਼ੁਰੂ ਕੀਤਾ। ਠੀਕ ਹੈ। ਲੋਕਾਂ ਨੂੰ ਜੋ ਉਹ ਕਰ ਸਕਦੇ ਸੀ ਉਹਨਾਂ ਨੇ ਕੀਤਾ। ਉਹ ਜਿਹੜੇ ਭਗਵਾਨ ਦਾਸ ਜੀ ਸੀਗੇ, ਉਹ ਉਸ ਵਕਤ ਲਾਹੌਰ ਸੀਗੇ। ਠੀਕ ਹੈ। ਉਹਨਾਂ ਨੇ ਉੱਥੇ ਉਹਨਾਂ ਨੂੰ ਕਰਕੇ ਉੱਥੋਂ ਜਿਸ ਤਰ੍ਹਾਂ ਵੀ ਜਿੰਨਾ ਕਰਕੇ ਉਹਨਾਂ ਨੇ ਇਕੱਠੇ ਕੀਤੇ ਬੰਦੇ। 3 ਮਹੀਨੇ ਅਸੀਂ ਪਾਕਿਸਤਾਨ 'ਚ। ਜਗ੍ਹਾ ਇੱਕੋ ਹੀ? ਉੱਥੇ ਹੀ? ਹਾਂਜੀ। ਬੱਦੋ ਮੱਲੀ ਹੀ ਰਹੇ? ਹਾਂ, ਪਤਾ ਨਹੀਂ ਜਗ੍ਹਾ ਕਿਹੜੀ ਅੱਛਾ, ਸੀ। ਮਤਲਬ ਕੈਂਪਾਂ 'ਚ ਰਹੇ ਜਾਂ ਕੈਂਪਾਂ ਉੱਥੇ 'ਚ ਰਹੇ? ਉਹਨਾਂ ਨੇ ਤਾਂ ਸਾਨੂੰ ਤਾਂ 5 ਪਰਿਵਾਰਾਂ ਨੂੰ ਆਪਣਾ ਹਾਤਾ ਦੇ ਦਿੱਤਾ ਸੀ ਨਾ ਇੱਕ। ਅੱਛਾ, ਬਈ ਉਹਦੇ ਅੰਦਰ ਰਹੋ ਬਸ ਤੁਸੀਂ। ਅਲੱਗ ਰਾਸ਼ਨ, ਅਲੱਗ ਸਭ ਕੁਝ ਨਵਾਂ, ਸਭ ਕੁਝ ਉਹਨਾਂ ਨੇ। ਤੇ ਇਸ ਦਰਮਿਆਨ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਮੈਨੂੰ ਸੱਟ ਦਿੱਤਾ ਸੀਗਾ ਤੇ ਕਿੱਥੇ ਚਲੇ ਗਏ ਮਾਂ ਤੇ ਕਿੱਥੇ ਪਿਓ, ਇਸ ਦਰਮਿਆਨ ਵੇਦ ਕੁਮਾਰੀ ਕਿੱਥੇ ਸੀ ਉਹ ਵਿੱਚ ਹੀ ਸੀ ਉਸ ਟਾਈਮ? ਉੱਥੇ ਵਿੱਚ ਹੀ ਸੀਗੇ ਸਾਡੇ ਸਾਰਿਆਂ ਦੇ ਨਾਲ? ਘਰ ਕਿੱਥੋਂ ਰਹਿ ਗਿਆ? ਨਹੀਂ, ਲੇਕਿਨ ਉਹ ਫਿਰ ਅਲੱਗ ਵਿਛੜੀ ਕਦੋਂ ਤੇ ਉੱਥੇ ਕਿਵੇਂ ਰਹਿ ਸਾਨੂੰ ਗਈ? ਨਹੀਂ ਪਤਾ। ਤੁਸੀਂ ਫਿਰ ਕਦੋਂ ਹੋਸ਼ ਸੰਭਾਲਾ ਕਿ ਵੇਦ ਕੁਮਾਰੀ ਨਹੀਂ ਹੈ, ਉੱਥੇ ਰਹਿ ਗਈ? ਨਹੀਂ, ਤੇ ਫਿਰ ਉਹ ਮਾਂ ਨੇ ਫਿਰ ਜਦ ਬਾਅਦ ਵਿੱਚ ਸਭ ਕੁਝ ਇਹਨਾਂ ਲੋਕਾਂ ਨੇ ਕੀਤਾ, ਇਹ ਜਿਹੜੇ ਸੀਗੇ ਅੱਲਾ ਜਵਾ ਵਗੈਰਾ,
ਇਹਨਾਂ ਨੇ ਫਿਰ ਉਹ ਕੀਤੇ ਤੇ ਇਹ ਭਗਵਾਨ ਦਾਸ ਜੀ ਸੀਗੇ, ਹੋਰ ਜਿਹੜਾ ਜੋ ਵੀ ਇਕੱਠਾ ਹੋ ਸਕਿਆ ਉਹਨਾਂ ਲੋਕਾਂ ਨੇ ਕਰਵਾਏ। ਸਭ ਨੂੰ ਮਤਲਬ ਨਾ ਰੱਖਿਆ, ਅੱਛੀ ਤਰ੍ਹਾਂ ਰੱਖਿਆ। ਤੁਸੀਂ ਟੋਟਲ 6 ਭੈਣਾਂ ਸੀ ਨਾ? ਹੈਂ 6 ਭੈਣਾਂ ਸੀ ਨਾ? 7 ਭੈਣਾਂ, ਹਾਂ, ਇਨਕਲੂਡ ਤੁਸੀਂ। ਪਰਿਵਾਰ ਨੇ, ਮੇਰੀ ਮਾਂ 4 ਵਾਰੀ ਗਈ ਹੈ ਪਾਕਿਸਤਾਨ, ਸਾਨੂੰ ਕੈਂਪ 'ਚ ਛੋੜ ਕੇ ਗਈ ਸੀ ਸਾਡੀ ਮਾਂ। ਅੱਛਾ, ਸੇਮ ਟਾਈਮ ਦੀ ਗੱਲ ਹੈ? ਹੈਂ ਉਦੋਂ ਦੀ ਹੀ ਉਸੇ ਟਾਈਮ ਦੀ ਗੱਲ ਹੈ ਨਾ? हाँ, मेरी माँ ने कोई 100 से ऊपर लड़की निकाली है, पर अपनी बेटी नहीं मिली। अपनी बेटी नहीं मिली। वो बुर्का पहन के छापा मारते थे ना, जैसे जाके पता लगता था वहाँ लड़कियाँ, छापा मारते थे। तो इसका मतलब तो ये हुआ कि जो आपकी माता थी एक तरह से अपनी बेटी को ढूंढते ढूंढते सैकड़ों लड़कियां ढूंढ चुकी थी। एक तरह से उनका एक मिशन बन चुका था कि भाई मेरे को तो अपनी के लिए थी, लेकिन कहीं ना कहीं से कोई ना कोई हिंदू मिल ही जाती थी और वो उसे ले आया करती थी। उनको पता लग जाता था कि उस्तानी की माँ आई है। उस्तानी किसका नाम पड़ गया बाद में? उस्तानी तो मेरी बहन भी तो टीचर थी। टीचर को उस्तानी कहते हैं वहाँ पे। अच्छा, मेरी माँ भी टीचर थी, मेरी बहन भी टीचर थी। ਤੇ ਮੰਮੀ ਕਿਹਾ ਮਤਲਬ ਤੁਸੀਂ ਇੱਕ ਵਾਰੀ ਮੈਨੂੰ ਜਦੋਂ ਇਹ ਦੱਸਿਆ ਸੀਗਾ ਕਿ ਤੁਹਾਡੀ ਵੱਡੀ ਸਿਸਟਰ ਨਾਲ ਕੋਈ ਮੌਮਡਨ ਆਦਮੀ ਸ਼ਾਦੀ ਕਰਵਾਉਣਾ ਚਾਹੁੰਦਾ ਸੀ, ਉਹਨਾਂ ਨੇ ਛੁਪਾਇਆ ਸੀਗਾ ਉਹਨੂੰ ਜਾਂ ਕੁਝ ਐਸਾ ਸੀਗਾ? ਉਹ ਲੋਕ ਚਾਹੁੰਦੇ ਸੀਗੇ, ਤੇ ਸਾਡੇ ਵੱਲੋਂ ਤਾਂ ਸਾਨੂੰ ਮੁਸਲਮਾਨ, ਅਸੀਂ ਤੇ ਕੱਟੜ ਹਿੰਦੂ ਸੀਗੇ। हिंदू से ऐसी तो पंडित सीगे। ਹਾਂ ਅਸੀਂ ਤਾਂ ਕੱਟੜ हाँ हाँ हाँ। ਸਾਡੇ ਤੇ ਕੋਈ ਦੇਖਦਾ ਵੀ ਨਹੀਂ ਸੀ। ਤੇ ਇਹ ਉਹ ਲੋਕ ਜਿਹੜੇ ਸਨ ਇਹ ਕੌਣ ਸਨ? ਮਤਲਬ ਸਾਡੇ ਗਵਾਂਢੀ ਸਨ? ਨਾ 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 ਨਾ, ਕੌਣ ਸੀਗਾ ਜੋ ਤੁਹਾਡੀ ਸਿਸਟਰ ਦੇ ਪਿੱਛੇ ਪਿਆ? ਪਤਾ ਨਹੀਂ, ਕੋਈ ਸ਼ਾਦੀ ਕਰਵਾਉਣ ਦਾ ਇਸ਼ੂ ਸੀਗਾ? ਕੋਈ ਸਾਡੇ ਘਰ 'ਚ ਕੋਈ ਅੱਜ ਤੱਕ ਮੈਂ ਕੋਈ ਗੱਲ ਨਹੀਂ ਸੁਣੀ ਐਸੀ, ਕੋਈ ਗੱਲ ਨਹੀਂ ਸੁਣੀ ਐਸੀ। ਤੇ ਫਿਰ ਇਹ ਗੱਲ ਨੂੰ ਪੂਰਾ ਕਰੋ ਨਾ ਕਿ ਕੌਣ ਲੋਕ ਚਾਹੁੰਦੇ ਸਨ? ਉਹ ਸੀਗੇ ਕੋਈ ਉਹਨਾਂ ਦੇ ਸੀਗੇ, ਉਹਨਾਂ ਦੇ ਵੈਸੇ ਹੀ ਜਿਸ ਤਰ੍ਹਾਂ ਮਤਲਬ ਇਹ ਹੁੰਦਾ ਨਾ ਕਿ ਉਹਨਾਂ ਨੇ ਇਹ ਕੀਤਾ ਤੇ ਉਹਨਾਂ ਦੀ ਇੱਛਾ ਇਹ ਕਰਨ ਦੀ ਸੀ, ਪਰ ਉਹਨਾਂ ਦਾ ਹੋਇਆ ਨਹੀਂ। ਠੀਕ ਹੈ, ਔਰ ਠੀਕ ਹੈ, ਆਪਣੇ ਉਹਦੀ ਜਮਾਤ ਵਿੱਚ ਸੀਗੇ ਉਹ। ਸਮਝ ਗਏ ਕਿ ਉਹ ਮੌਮਡਨ ਹੀ ਸੀ ਤੇ ਉਹ ਚਾਹੁੰਦੇ ਸਨ ਕਿ ਉਹ ਵੇਦ ਨਾਲ ਵਿਆਹ ਕਰ ਲੈਣ ਜਾਂ ਉਸ ਨੂੰ ਰੱਖ ਲੈਣ। ਟੀਚਰ ਸੀ, ਖੜੀ ਹੋ ਕੇ ਉਹ ਦਿੰਦੀ ਸੀ, ਸਪੀਚ ਦਿੰਦੀ ਸੀ। ਇਹ ਲਾ ਲਓ ਕਿ 22-25 ਸਾਲ ਦੀ ਸੀਗੀ। 22-25 ਸਾਲ ਦੀ ਸੀਗੀ। ਟੀਚਰ ਸੀਗੀ ਤੇ ਹੋਏਗੀ ਨਾ। ਨਹੀਂ, ਮੈਂ ਇਸ ਕਰਕੇ ਪੁੱਛ ਰਿਹਾ ਕਿਉਂਕਿ ਉਸ ਟਾਈਮ ਇਤਨੀ ਉਮਰ ਦੀ ਬੱਚੀਆਂ ਨੂੰ ਕੁਵਾਰਾ ਵੀ ਨਹੀਂ ਰੱਖਦੇ ਸਨ ਨਾ। हाँ 15 साल ਦੀ ਹੋਈ नहीं कि ब्याह शुरू। और फिर वो ना पार्टीशन के लिए भाषण भी देती थी। भाषण भी देती थी वो, और उसकी सगाई भी हुई थी राइस मिल में, मतलब वो बड़े अच्छे ऑफिसर। हाँ, ऑफिसर थे, उनके यहाँ उसकी अपने इंडिया के उसमें। वो मुसलमान था। अब किसी के किस पर वो है, क्या कह सकते हैं। जनाब जी, बात पारिवारिक है लेकिन जग जाहिर हो चुकी है और होनी भी चाहिए क्योंकि ऐसी सैकड़ों स्टोरीज हम लोग सुन चुके हैं कि कितनी सारी मुसलमान औरतें हिंदुस्तान में रही, आज भी रह रही हैं। किसी की नानी है तो किसी की दादी है। उन्हीं में से इस परिवार की वेद, जो कि उस टाइम एक पढ़ी लिखी औरत थी, जैसे कि बता रही हैं राजेंद्र जी की, इतने ज़्यादा कि वो लोगों को मोटिवेट करती थी। आज़ादी के परवानों की तरह हैं, वो जगह जगह जाके लोगों को प्रोत्साहित करती थी। तो वो औरत किसी की नज़र में तो थी कि ये या तो हमारे घर की बहू होनी चाहिए या इसे यहाँ रहना ही नहीं चाहिए, इसे कन्वर्ट कर देना चाहिए। मतलब कोई तो था जिसने उसे वहाँ रखा और अभी तक वो वहाँ ही है। नाम था वेद कुमारी, पंडितों की लड़की थी। न जाने उसके साथ क्या हुआ होगा, कितने उसके आगे उसकी जनरेशन होंगी और किस नाम से वो होगी, हम तो ये भी नहीं जानते। ये परिवार आज भी ये चीज़ जानना चाहता है, स्पेशली ये जो बैठी हैं, जो ये बार बार कह रही हैं कि वो मेरी बड़ी बहन थी, हमारी सबसे बड़ी बहन थी। तो वो सबसे बड़ी बहन का अब कौन है वहाँ रिश्तेदार जो ये कहता है कि हाँ मेरी नानी थी या मेरी दादी थी, जिसका आप जिक्र कर रहे हैं। ये किस्सा हमारे पड़ोस का है, ये किस्सा हमारे घर का है, हमने ये सुना है कि ऐसा था। कौन पुख्ता नशीनी करेगा इस बात की। और जिस तरह से हमने इन चीज़ों को कुरेदना की कोशिश की है, कुछ चीज़ें बाहर आ पाई हैं, कुछ चीज़ें अभी भी शायद अंदर दफन हैं। और
नारंग मंडी, बार बार जिक्र आता है नारंग मंडी। और इस धमा चौकड़ी में, इस भाग दौड़ में ये भी इन्होंने बताया ऑफ द कैमरा कि जो सबसे छोटे वाला भाई था वो उन्हीं के साथ रह गया था, वेद कुमारी के साथ। और आप बता रहे थे कि रेडियो स्टेशन पे एक बार अनाउंसमेंट भी हुई थी, वो अनाउंसमेंट क्या थी? अनाउंसमेंट करवाई थी कि मैं वेद कुमारी अपने परिवार के सारे नाम, अपना सब कुछ, कि मैं यहाँ पर ऐसे हूँ, तो मेरा कोई है मेरे परिवार का हिंदू, तो आके मुझे ले जाए, मिले मुझे, आके लेके जाए। ये वेद कुमारी जी ने अनाउंसमेंट करवाई थी अपने भाई के साथ। मेरा भाई मेरे साथ है। और ये अमृतसर कैंप्स की बात है, जब आप लोग अमृतसर वहाँ पे थे। कैंप की बात है, अमृतसर कैंप की बात है। तो सारी बात का लब्बो लुआब इतना कि जनाब वेद कुमारी के साथ साथ उनका छोटा भाई भी वहाँ रह गया था। अब ये इमेजिन किया जाए, विजुअलाइज किया जाए कि वो वेद कुमारी जहाँ भी होंगी, जिस परिवार में भी होंगी, या वो भाई ये इकट्ठा रहे होंगे, अलग हो गए होंगे, खुदा ना खास्ता कुछ हो या ना हो, जो भी चीज़ें हैं वो वहाँ के लोग ही बेहतर बता सकते हैं। क्योंकि एक वाक़या, अच्छा उम्र के इस मकाम पर माता जी ये भी कहते कहते कुछ भूल जाती हैं, कुछ याद आ जाता है कि नहीं उनकी ना शादी हो चुकी थी। और जब हमारी माता यानी कि वेद कुमारी की माता जब वहाँ पे ढूंढने जाती थी तो उन्हें धमकियाँ भी मिलती थी कि तुम दोबारा यहाँ आई ना तो तुम्हारे को ये कर देंगे, वो कर देंगे। वो वाले भी दौर थे। और ये मेरी ज़बानी नहीं है, ये इनकी ज़बानी है। तो ये वाक़या अगर आपके पड़ोस में कहीं आपको सुनने को मिला हो किसी से, और अगर आप ही के उन कहानियों में दर्ज हो जो वहाँ पे छपती रही हैं रसालों में, तो ज़रूर इस परिवार की इस एक आशा को, एक उम्मीद को पूरा करें। क्योंकि सरहद पार से जो लोग इन चीज़ों को कवर कर रहे हैं उन्होंने, और सरहद आर से इधर हम लोगों ने जिन चीज़ों को कवर किया है, बड़े सारे परिवार मिलाए हैं। और उसी उम्मीद में इस परिवार ने जब मुझसे संपर्क किया तो एक आशा थी, एक उम्मीद थी कि हाँ केशव ये हो सकता है। और हमने आपकी बदौलत ये कह दिया कि हाँ जी क्यों नहीं हो सकता। क्योंकि जो उम्मीद होती है ना वो कायम रहनी चाहिए, और कायम रहेगी तो शायद आपको ये कहानी बार बार मजबूर करेगी कि आप इस नारंग मंडी के परिवार को ढूंढ लें, और ढूंढने के बाद इन्हें बता दें, सिर्फ बता दें इन्हें कि हाँ उनका कोई अगला, उनका कोई जानने वाला जो ये कह दे कि हाँ जी ये वेद कुमारी का वो बच्चा है, वो पोता है, वो दोता है, कोई कुछ भी है। ये उस उम्मीद से बैठे हैं, उस उम्मीद से मैं इतना लंबा ट्रैवल करके इनके पास आया हूँ। और कुछ कहना चाहते हैं? अगर उनका कोई परिवार सुनता है, कुछ कहता है, तो अगर आप कुछ कहना चाहते हैं तो आप अपनी ज़बानी दर्ज करवा दें। नहीं, मैं तो यही कहना चाहती हूँ, जो अभी मेरी मदर ने बताया, मेरी राजिंदर शर्मा ने, और जो मेरे मासियों ने हमें बताया, और नानी से जो थोड़ा बहुत हम लोगों ने सुना, हम लोग यही चाहते हैं कि जो हमारी मासी वेद कुमारी जी वहाँ रह गई हैं, और साथ में हमारे एक मामा जी जो हमारी मम्मी से छोटे थे, उनकी फैमिली में से कोई भी अगर है और वो हमें संपर्क करना चाहते हैं तो हम लोग उनसे मिलना भी चाहते हैं और संपर्क भी करना चाहते हैं। हम इतना ही कह सकते हैं। तो जनाब जी, हमेशा की तरह वो वीडियो जो आप लोग देखते हैं ये वैसा नहीं था। इसमें था एक ऐसा दर्द जिसने मुझे मजबूर किया, और मैं 24 घंटे से पहले वो डिसीज़न लेके यहाँ पहुँचा, क्योंकि यहाँ पे इनकी बहन और इनकी मासी का ज़िक्र था। इन्हें अपनी मासी को ढूंढना है, इन्हें अपनी बहन को, और मुझे उसको जो कहानी की एक वो किरदार है जिसका ये पूरा परिवार इंतज़ार कर रहा है कि उसकी कोई ख़बर आएगी, उसकी कोई न्यूज़ आएगी, और उस खबर में ये होगा कि हाँ जी हम लोग यहाँ सरहद पार उस जगह बैठे हैं। हमने भी वो दास्तान को सुना है, बार बार हम भी सोचते थे कि वो परिवार इंडिया में कहाँ होगा। तो मेरा यहाँ पे आना तब साकार होगा, तब सफल होगा जब वेद कुमारी मिलेगी, और वेद कुमारी का वो छोटा भाई यानी कि इनका मामा, उसकी कोई ख़बर ही मिल जाए, इस परिवार के लिए इतना ही बहुत है। और देर सवेर आप ये मुझे ज़रूर खुशखबरी देंगे, कभी ना कभी न्यूज़ देंगे, कभी कोई कमेंट आएगा ऐसा
कि केशव जी वो लोग यहाँ बैठे हैं या उनके नाती पोते दोते यहाँ बैठे हैं, हम आपको बता रहे हैं। मैं उस बात का इंतज़ार कर रहा हूँ। और मेरे लाहौर वाले बंदे जिनके यहाँ से 20 किलोमीटर दूर थी वो जगह, नारंग मंडी, वो प्लीज़ इसे ज़रूर साकार करें। शुक्रिया।